एक और सवाल भी है, तो शायद थोड़ा टेक्निकल जिहा होए, राणा साहब ये भी दसो कि आखिर भारत, लोग कह रहे हैं कि जी भारत खरीद रहा है रूस तो तेल, तो पाकिस्तान रूस तो तेल क्यों नहीं खरीददा? वजह ਕੀ ਹੈ ਸਾਰੀ ਦੀ? ਇਹਦੀ ਵਜ੍ਹਾ ਇਹ ਨਹੀਂ ਹੈਗੀ। ਸਾਡੀਆਂ ਮੇਰੇ ਖਿਆਲ ਨਾਲ 4 ਜਾਂ 5 ਰਿਫਾਈਨਰੀਆਂ ਨੇ, ਤੇ ਸਿਰਫ ਇੱਕੋ ਰਿਫਾਈਨਰੀ ਹਾਰਡ ਕਰੂਡ ਹੁੰਦਾ ਹੈ ਰਸ਼ੀਆ ਦਾ, ਤੇ ਇੱਕੋ ਰਿਫਾਈਨਰੀ ਦੀ ਕਪੈਸਿਟੀ ਜਾਂ ਕੈਪੇਬਿਲਿਟੀ ਹੈਗੀ ਹੈ ਕਿ ਉਹ ਹਾਰਡ ਕਰੂਡ ਨੂੰ ਪ੍ਰੋਸੈਸ ਕਰ ਸਕੇ, ਤੇ ਉਹ ਗਾਲਬਨ ਪਾਰਕੋ ਹੈਗੀ ਆ। ਤੇ ਇਹ ਵਜ੍ਹਾ ਹੈਗੀ ਹੈ ਕਿ ਅਸੀਂ ਇੱਕ ਵਾਫਰ ਮਕਦਾਰ ਦੇ ਵਿੱਚ ਸਾਡੇ ਕੋਲ ਰਿਫਾਈਨਿੰਗ ਦੀ ਕਪੈਸਿਟੀ ਮੌਜੂਦ ਨਹੀਂ ਹੈਗੀ ਰਸ਼ੀਅਨ ਕਰੂਡ ਵਾਸਤੇ, ਤੇ ਉਹ ਔਰ ਪ੍ਰਾਈਵੇਟ ਸੈਕਟਰ ਆ ਇਹਦੇ 'ਚ, ਹਕੂਮਤ ਤੇ ਹੈਗੀ ਆ ਲੇਕਿਨ ਰਿਫਾਈਨਰੀਜ਼ ਤੇ ਉਹ ਸਮਝ ਉਹਨਾਂ ਵਾਸਤੇ ਪ੍ਰੋਸੈਸ ਕਰਨਾ ਹੀ ਮੁਮਕਿਨ ਨਹੀਂ ਹੈਗੀ, ਤੇ ਜਿੰਨੀ ਅਸੀਂ ਲੈ ਸਕਦੇ ਹਾਂ ਅਸੀਂ ਲੈਂਦੇ ਹਾਂ। एहसान भाई एक और मामला भी है, ज़ाहिर गल है ये तज्जी हो रहे हैं, खबरां भी आ रही ने, तुसीं भी वेखिया होएगा, कहा जा रहा है कि जी FBR का शॉर्टफॉल सी रेवन्यू का, और मौका मिल गया हुकूमत नूं, उन्होंने कहा कि जी क्यों ना कुछ पैसे कमा लिए आवाम तो, ये पैसे जिहड़े पेट्रोल दे विच कमाए गए हैं, कहा जा रहा है, खबर है कि जी ये शायद FBR के शॉर्टफॉल वास्ते जिहड़ा इस्तेमाल होणगे। हकीकत है इस गल दी? हकीकत यह है कि ओपोजिशन ते कुछ लोग जिहड़े ने वो प्रोपागैंडा ते नैरेटिव बिल्डिंग करन दी बथेरी कोशिश कर रहे हैं। देखो PDL ਨੂੰ ਜਿੱਥੇ ਵਧਾਇਆ ਗਿਆ ਪੈਟਰੋਲ ਦੇ ਵਿੱਚ 20 ਰੁਪਏ ਦਾ ਇਜ਼ਾਫਾ ਹੈ, ਤੇ ਡੀਜ਼ਲ ਦੇ ਵਿੱਚ 20 ਰੁਪਏ ਦਾ ਘਾਟਾ ਵੀ ਹੈਗਾ, ਤੇ ਅਸੀਂ PDL ਤੋਂ ਕੋਈ ਸ਼ਾਰਟਫਾਲ ਨਹੀਂ ਪੂਰਾ ਕਰ ਰਹੇ। सर बहुत अच्छा इकदाम है, तुसी ठीक कह रहे हो कि जी इमरात घट कर दित्तियां ने वज़रा दियाँ, जिन्ने मुशीर सन, जिन्ने लोग ने पार्लीमेंटेरियन ने जिहड़ा बड़ा एक बहुत वड्डा फैसला किया और उन्हें बड़ी कुर्बानी दी कि अपनी 2 दिनों की तनख्वाह जिहड़ा है वो दे दी आवाम नूं। सर ये दसो कि ये जी गल हो रही है कि जी मरात घट कर दित्तियां गए ने, अवाम तो ये सवाल करते हैं कि जी मरात हैं क्यों, मरात खत्म कर दित्तियां जान। ਜ਼ਰੂਰੀ ਤਾਂ ਨਹੀਂ ਕਿ ਤੁਹਾਡੇ ਕੋਲ 5 ਗੱਡੀਆਂ ਪ੍ਰੋਟੋਕੋਲ ਦੀਆਂ ਹੋਣ, ਤੁਹਾਨੂੰ 2000-4000 ਲੀਟਰ ਪੈਟਰੋਲ ਵੀ ਮਿਲੇ, ਤੁਹਾਡੇ ਕੋਲ ਹੋਰ ਵੀ ਮਾਮਲਾਤ ਹੋਣ, ਤੇ ਸਾਰੇ ਬਿਲਕੁਲ ਖਤਮ ਹੋਣੇ ਚਾਹੀਦੇ ਨੇ। ਸਾਰੇ ਗਰੀਬ ਮੁਲਕ ਆ ਅਸੀਂ, ਤੇ ਕਰਜ਼ੇ ਲੈ ਕੇ ਤੁਸੀਂ ਆਪੂ ਕਹਿ ਰਹੇ ਚੱਲ ਰਿਹਾ, ਤੇ ਫਿਰ ਇਹ ਨਹੀਂ ਹੋਣਾ ਚਾਹੀਦਾ ਨਾ। ਦੇਖੋ ਗੱਲ ਇਹ ਹੈਗੀ ਹੈ ਕਿ ਇਹ ਮਰਾਤ ਕੋਈ ਲੋਕਾਂ ਨੂੰ ਕੋਈ ਓਵਰ ਨਹੀਂ ਦਿੱਤੀ ਜਾ ਰਹੀਆਂ, ਜਾਂ ਕੋਈ ਕਹਿ ਲਓ ਕਿ ਕੋਈ ਬਿਲਾ ਵਜ੍ਹਾ ਨਹੀਂ ਦਿੱਤੀ ਜਾਂਦੀਆਂ ਨੇ। ਜਿਹੜੇ ਲੋਕਾਂ ਨੂੰ ਗੱਡੀਆਂ ਦੀ ਲੋੜ ਨੇ, ਉਹਨਾਂ ਨੂੰ ਜੇ ਉਹਨਾਂ ਦੀ ਡਿਊਟੀ ਹੈਗੀ ਆ, ਫੀਲਡ ਵਰਕ ਹੈਗਾ, ਤੇ ਉਹਦੇ ਮੁਤਾਬਿਕ ਉਹਨਾਂ ਨੂੰ ਉਹ ਫੈਸਿਲਿਟੀ ਦਿੱਤੀ ਜਾਂਦੀ ਹੈ। ਖਾਲੀ ਜਿਸ ਤਰ੍ਹਾਂ ਇੱਕ ਮਿਸਾਲ ਦੇ ਤੌਰ 'ਤੇ ਐਂਕਰ ਆ, ਉਹਨੇ ਜਾਣਾ ਕਿਸੇ ਦਾ ਇੰਟਰਵਿਊ ਕਰਨ ਵਾਸਤੇ, ਤੇ ਉਹਨੂੰ ਜਿਹੜਾ ਪੈਟਰੋਲ ਦੇ ਪੈਸੇ ਵੀ ਦਿੱਤੇ ਜਾਂਦੇ ਨੇ, ਗੱਡੀ ਵੀ ਦਿੱਤੀ ਜਾਂਦੀ ਹੈ, DSNG ਵੀ ਕੱਲੀ ਜਾਂਦੀ ਹੈ, ਉਹ ਆਪਣੇ ਪੈਟਰੋਲ ਦੇ ਉੱਤੇ ਤਾਂ ਨਹੀਂ ਜਾਂਦਾ ਨਾ। ਤੇ ਇਸ ਤਰ੍ਹਾਂ ਹੀ ਜਿਹੜਾ ਇਹ ਸਰਕਾਰੀ ਮੁਲਾਜ਼ਮ ਵੀ ਨੇ, ਇਹਨਾਂ ਨੂੰ ਡਿਊਟੀ ਕਰਨ ਵਾਸਤੇ ਇਹ ਸ਼ੈਵਾਂ ਦਿੱਤੀਆਂ ਜਾਂਦੀਆਂ ਨੇ। ਤੇ ਇਸ ਵੇਲੇ ਜਿਹੜਾ ਔਸਟੈਰਿਟੀ ਦਾ ਇਕਦਾਮ ਪ੍ਰਾਈਮ ਮਿਨਿਸਟਰ ਨੇ ਲਿਆ ਹੈ, ਉਹ ਇਸ ਕਰਕੇ ਲਿਆ ਹੈ ਕਿ ਅਸੀਂ ਦਿਖਾਈਏ ਕਿ ਹਕੂਮਤ ਭਰਪੂਰ ਕੋਸ਼ਿਸ਼ ਕਰ ਰਹੀ ਆ ਕਨਜ਼ਰਵੇਸ਼ਨ ਤੇ ਔਸਟੈਰਿਟੀ ਕਰਨ ਦੀ, ਔਰ ਆਪਣੇ ਪੇਟ ਦੇ ਉੱਤੇ ਵੀ ਪੱਥਰ ਬੰਨ੍ਹ ਰਹੀ ਹੈ ਜਿੱਥੇ ਆਵਾਮ ਜਿਹੜੀ ਇਸ ਤਕਲੀਫ ਤੋਂ ਗੁਜ਼ਰ ਰਹੀ ਆ। ਇਹ ਫੈਸਲੇ ਕੋਈ ਖੁਸ਼ੀ ਨਾਲ ਨਹੀਂ ਕੀਤੇ ਜਾਂਦੇ। ਆਲਮੀ ਮੰਡੀ ਦੀ ਤੇਲ ਦੀ ਕੀਮਤਾਂ ਵਧੀਆਂ ਨੇ, ਉਹਦੇ 'ਤੇ ਉਹ ਇੱਕ ਜਿਹੜਾ ਇਜ਼ਰਾਈਲ ਤੇ ਅਮਰੀਕਾ ਨੇ ਹਮਲਾ ਕੀਤਾ ਹੈ ਈਰਾਨ ਦੇ ਵਿੱਚ, ਉਹਦੀ ਵਜ੍ਹਾ ਨਾਲ ਵਧੀਆਂ ਨੇ। ਉਹ ਪੂਰੀ ਦੁਨੀਆ ਪਰੇਸ਼ਾਨ ਹੈ ਇਸ ਗੱਲ ਤੋਂ, ਤੇ ਅਸੀਂ ਵੀ ਪਰੇਸ਼ਾਨ ਹਾਂ, ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਬਚਤ ਵੀ ਕਰੀਏ ਹਕੂਮਤੀ ਲੈਵਲ 'ਤੇ, ਸੂਬਾਈ ਲੈਵਲ 'ਤੇ, ਤੇ ਉਸ ਬਚਤ ਨੂੰ ਇਸਤੇਮਾਲ ਕਰੀਏ ਕਿ ਅਸੀਂ ਆਪਣੀ ਮਹੀਸ਼ਤ ਨੂੰ ਸੰਭਾਲਾ ਦੇ ਸਕਣ, ਤੇ ਵਿਖਾਈਏ ਵੀ ਕਿ ਇਸ ਮੁਸ਼ਕਿਲ ਘੜੀ ਦੇ ਵਿੱਚ ਹਕੂਮਤ ਵੀ ਜਿਹੜੀ ਆ ਉਹ ਆਵਾਮ ਦੇ ਨਾਲ ਖਲੋਤੀ ਪਈ ਆ, ਉਹ ਕੋਈ ਯਾਸ਼ੀ ਨਹੀਂ ਕਰ ਰਹੀ। ਉਹਨੂੰ ਜਿਹੜੀ ਲੋੜ ਹੈਗੀ ਸੀ ਉਹਦੇ 'ਤੇ ਵੀ ਉਹਨਾਂ ਨੇ ਜਿਹੜਾ ਕੱਟ ਲਾ ਕੇ ਉਹ ਗੁਜ਼ਾਰਾ ਕਰ ਰਹੀ ਆ। ਰਾਣਾ ਸਾਹਿਬ ਇਹ ਵੀ ਦੱਸੋ ਕਿ ਕਾਫੀ ਹੈ ਜੇ ਕੁਝ ਹੁਕੂਮਤ ਕੀਤਾ, ਇਹ ਕਾਫੀ ਹੈ ਜਾਂ ਹੁਕੂਮਤ ਮਜ਼ੀਦ ਵੀ ਕੁਝ ਲੋਕਾਂ ਨੂੰ ਰਿਲੀਫ ਦੇਣ ਵਾਸਤੇ ਕੁਝ ਹੋਰ ਸਟੈਪਸ ਵੀ ਲੈਣ ਜਾ ਰਹੀ ਹੈ? ਨਹੀਂ, ਮੇਰੇ ਖਿਆਲ ਨਾਲ ਇਹ ਬਥੇਰੇ ਇਕਦਾਮਾਤ ਨੇ। ਹੁਣ ਕੀ ਬੰਦਾ ਯਾਨੀ ਕਿ ਇਹ ਇੱਕ ਤਾਸਰ ਦਿੱਤਾ ਜਾਂਦਾ ਕਿ ਪਤਾ ਨਹੀਂ ਵਜ਼ਰਾ ਜਿਹੜੇ ਨੇ ਉਹ ਖਰਬਾਪਤੀ ਨੇ, ਉਹ ਵੀ ਆਵਾਮ ਦੀ ਤਰ੍ਹਾਂ ਆਮ ਲੋਕ ਹੀ ਨੇ। ਉਹ ਵੀ ਯਾਨੀ ਕਿ ਸਾਰੇ ਕੋਈ ਬਿਜ਼ਨਸ ਟਾਈਕੂਨ ਨਹੀਂ ਹੁੰਦੇ, ਮਿਡਲ ਕਲਾਸ ਤੋਂ ਵੀ ਲੋਕ ਬੈਠੇ ਨੇ ਕਾਬੀਨਾ ਦੇ ਵਿੱਚ, ਤੇ ਉਹਨਾਂ ਨੇ 2 ਮਹੀਨੇ ਦੀ ਸੈਲਰੀ ਦੀ ਆਪਣੀ ਉਹ ਦਿੱਤੀ ਆ, ਫਿਰ ਆਪਣੀ ਟਰਾਂਸਪੋਰਟ ਕਟੌਤੀ ਆ, ਸਾਰਾ ਕੁਛ ਹੈ। ਇਹ ਬੇਸਿਕਲੀ ਹੁਣ ਸਾਨੂੰ ਇਕੋਨਮੀ ਨੂੰ ਮੈਨੇਜ ਕਰਨਾ ਉਹ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ। ਤੇ ਆਖਿਰ ਇਹ ਦੱਸ ਦਿਓ ਰਾਣਾ ਸਾਹਿਬ ਕਿ ਸਾਊਦੀ ਅਰਬ ਨੂੰ ਅਸੀਂ ਕਹਿ ਰਹੇ ਹਾਂ ਕਿ ਜੀ ਸਾਨੂੰ ਤੁਸੀਂ ਡੈਫਰਡ ਪੇਮੈਂਟਸ ਦੇ ਉੱਤੇ ਆਇਲ ਦੇ ਦਿਓ, ਤੁਸੀਂ ਸਾਡੇ ਜਿਹੜੇ ਡਿਪੋਜ਼ਿਟਸ ਨੇ ਉਹਨਾਂ ਦੀ ਮੁੱਦਤ ਵਧਾ ਦਿਓ। ਅਸੀਂ ਤਾਂ ਸੁਣਦੇ ਆ ਰਹੇ ਹਾਂ, ਤੁਸੀਂ ਸਾਰੇ ਸਾਡੇ ਜਿਤਨੇ ਵੀ ਵਫਾਕੀ ਵਜ਼ਰਾ ਪਾਈ ਹੋ ਸਾਰੇ ਰੋਜ਼ ਕਹਿ ਰਹੇ ਹੁੰਦੇ ਕਿ ਮਾਸ਼ਾਅੱਲਾ ਸਾਡੀ ਮਈਸ਼ਤ ਬੜੀ ਤਰੱਕੀ ਕਰ ਰਹੀ ਹੈ, ਬੜੀ ਜ਼ਬਰਦਸਤ ਜਾ ਰਹੀ। ਤੇ ਫਿਰ ਸਰ ਇਹ ਕਿ ਲੋੜ ਪੈ ਗਈ ਸਰ ਅਸੀਂ ਦੂਸਰੇ ਮੁਲਕਾਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਸਾਨੂੰ ਕੋਈ ਪੈਸੇ ਵਗੈਰਾ ਦੇ ਦਿਓ। ਨਹੀਂ, ਦੇਖੋ ਤੁਸੀਂ ਇਹਨੂੰ ਇਸ ਗੱਲ ਤੋਂ ਨਾ ਦੇਖੋ ਕਿ ਅਸੀਂ ਸਾਊਦੀਆ ਤੋਂ ਮੰਗ ਰਹੇ ਹਾਂ ਕਿ ਸਾਨੂੰ ਡੈਫਰਡ ਪੇਮੈਂਟਸ ਕੀਤੀ ਜਾਵੇ। ਅਸੀਂ ਖਰੀਦਾਰ ਹਾਂ ਸਾਊਦੀ ਤੇਲ ਦੇ। ਇਹ ਤੇਲ ਅਸੀਂ 10 ਹੋਰ ਮੁਲਕਾਂ ਤੋਂ ਵੀ ਖਰੀਦ ਸਕਦੇ ਨੇ, ਲੇਕਿਨ ਅਸੀਂ ਸਾਊਦੀਜ਼ ਨੂੰ ਬਿਜ਼ਨਸ ਦਿੰਦੇ ਹਾਂ।
ਉਹਦੇ 'ਚ ਅਸੀਂ ਜੇ ਪੇਮੈਂਟ ਟਰਮਸ ਨੂੰ ਨੈਗੋਸ਼ੀਏਟ ਕਰ ਰਹੇ ਨੇ ਤੇ ਸਾਡਾ ਹੱਕ ਆ ਕਿ ਅਸੀਂ ਉਸ ਪੇਮੈਂਟ ਟਰਮਸ ਨੂੰ ਨੈਗੋਸ਼ੀਏਟ ਕਰਨ, ਉਹਦੇ 'ਚ ਬਿਹਤਰ ਪੈਕੇਜ ਲੈ ਕੇ ਆਈਏ ਜੇ ਸਾਨੂੰ ਲੱਭਦਾ ਹੋਵੇ। ਪਾਕਿਸਤਾਨ ਦੇ ਵਾਸਤੇ ਅਸੀਂ ਨੈਗੋਸ਼ੀਏਟ ਕਰ ਰਹੇ ਹਾਂ। ਔਰ ਜਿਹੜਾ ਰੋਲ ਓਵਰ ਦੀ ਗੱਲ ਆ, ਦੇਖੋ ਉਹ ਕਰਜ਼ਾ ਤੇ ਅਸੀਂ ਲਿਆ ਹੋਇਆ ਹੈ, ਲੇਕਿਨ ਉਹ ਕਰਜ਼ਾ ਹਰ ਸਾਲ ਸਾਨੂੰ ਰੀਨਿਊ ਕਰਾਉਣਾ ਪੈਂਦਾ, ਤੇ ਉਹਦੇ ਤੇ ਗੱਲ ਹੋ ਰਹੀ ਹੈ ਕਿ ਇਹਨੂੰ ਤੁਸੀਂ ਲੌਂਗ ਟਰਮ ਕਰ ਦਿਓ ਅਸੀਂ, ਤਾਂ ਕਿ ਬਾਰ-ਬਾਰ ਹਰ ਸਾਲ ਤੁਹਾਡੇ ਕੋਲ ਆਉਂਦੇ ਆ ਤੇ ਇਹਦਾ ਵੀ ਉਹ ਵੀ ਅਸੀਂ ਮੁਫਤ ਨਹੀਂ ਲਿਆ ਕਰਜ਼ਾ, ਉਹਦਾ ਸੂਦ ਅਸੀਂ ਅਦਾ ਕਰਦੇ ਹਾਂ ਤੇ ਉਹਦੇ ਉੱਤੇ ਪ੍ਰੋਫਿਟ ਅਦਾ ਕਰਦੇ ਹਾਂ। ਤੇ ਇਹ ਨੈਗੋਸ਼ੀਏਸ਼ਨ ਜਿਹੜੀ ਆ ਮੈਰਿਟ ਬੇਸਡ ਨੈਗੋਸ਼ੀਏਸ਼ਨ ਆ। ਸਾਊਦੀ ਸਾਡੇ ਪਾਰਟਨਰ ਨੇ, ਦੋਸਤ ਨੇ, ਭਰਾ ਨੇ, ਉਹਨਾਂ ਵਾਸਤੇ ਜੇ ਤੁਸੀਂ ਕੋਈ ਉਹਨਾਂ ਨਾਲ ਨੈਗੋਸ਼ੀਏਟ ਕਰ ਰਹੇ ਹੋ ਤੇ ਸਾਡਾ ਹੱਕ ਆ। ਬਾਕੀ ਉਹ ਮੰਨਦੇ ਨੇ ਨਹੀਂ ਮੰਨਦੇ, ਕਿੰਨਾ ਅਸੀਂ ਮਨਾਉਂਦੇ ਆ, ਉਹ ਆਪਸ ਦੀ ਗੱਲ ਹੈ, ਹੁੰਦੀ ਰਹਿੰਦੀ ਹੈ। ਜਦੋਂ ਤੁਸੀਂ ਕਾਰੋਬਾਰ ਕਰਦੇ ਹੋ ਆਪਸ ਦੇ ਵਿੱਚ ਤੇ ਬਹਿਸ ਮੁਬਾਹਿਸਾ ਵੀ ਚੱਲਦਾ ਹੈ।